परम सत्कारयोग गुरु रूप गुरु प्यारी गुरु खालसा साध संगत जी। आओ जो अज श्री दरबार साहिब श्री हरमंदर साहिब दीन दुनिया दे मालिक धन धन साहिब श्री गुरु ग्रंथ साहिब महाराज जियां ने जो श्री मुखवाक साहिब जियां दी बख्शिश कीती है, उस हुक्मनामा साहिब जियां दे आपां अखरी अर्थ सरवण करिए। विचार दी आरंभता तो पहला धन श्री गुरु ग्रंथ साहिब महाराज जियां दे चरणां अंदर सीस नवाउंदे होए धन गुरु गोबिंद सिंह महाराज जियां वल्लों बख्शिश कीती होई फतेह बुलाओ जी। कोई भी रसना वांझी ना रहे, सारी संगत गज के आखो जी वाहिगुरु जी का खालसा वाहिगुरु जी की फतेह। बेनती है जिन्हां संगतां ने साडा यूट्यूब चैनल सबसक्राइब नहीं किया, वो साडा यूट्यूब चैनल जरूर सबसक्राइब करो, क्योंकि असीं इस चैनल ते हर रोज़ जो सतगुरु जी श्री मुखवाक साहिब जियां दी बख्शिश करदे हन, उस हुक्मनामा साहिब जियां दे आखरी अर्थ अपलोड करदे हां ਅਤੇ ਨਾਲ ਹੀ ਹੋਰ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਕੀਰਤਨ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਹਾਂ ਜੀ। ਆਓ ਅੱਜ ਸਤਿਗੁਰੂ ਜੀ ਸਾਡੇ ਤੇ ਕੀ ਰਹਿਮਤ ਕਰ ਰਹੇ ਨੇ, ਸਾਡੇ ਤੇ ਕੀ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰੀਏ। ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ। ਅੱਜ ਦਾ ਮੁੱਖ ਵਾਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਘਰਿਆਂ ਦੇ ਘਰ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜੋ ਕਿ ਰਾਗ ਸੋਰਠ ਵਿੱਚ ਹੈ। ਘਰ ਪਹਿਲਾ ਵਿੱਚ ਸਤਿਗੁਰੂ ਜੀਆਂ ਨੇ ਗਾਣ ਦੀ ਹਦਾਇਤ ਦਿੱਤੀ ਹੈ। ਇਹ ਸਤਿਗੁਰੂ ਜੀਆਂ ਦਾ ਸ਼ਬਦ ਤਿੰਨ ਤੁਕਾਂ ਵਾਲਾ ਹੈ, ਭਾਵ ਇਹਦੀਆਂ ਤਿੰਨ ਤੁਕਾਂ ਹਨ। ਤੇ ਤੁਕੀ ਤੋਂ ਭਾਵ ਹੁੰਦਾ ਤਿੰਨ ਤੁਕੀ ਬਾਣੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ ਇਹ ਸ਼ਬਦ 637 ਅੰਗ ਤੇ ਸੁਭਾਏਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ। ਸਤਿਗੁਰ ਪ੍ਰਸਾਦ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਹੈ ਪ੍ਰਮਾਤਮਾ ਵਾਹਿਗੁਰੂ ਜੀ, ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਹੀ ਰੱਖਦਾ ਆਇਆ ਹੈ। ਜਦੋਂ ਤੋਂ ਜਗਤ ਬਣਿਆ ਹੈ, ਤਦੋਂ ਤੋਂ ਹੀ ਭਗਤਾਂ ਦੀ ਇੱਜ਼ਤ ਤੂੰ ਰੱਖਦਾ ਆ ਰਿਹਾ ਹੈ। ਤੇਰਾ ਮੁੱਢ ਕਦੀਵੀ ਦਾ ਸੁਭਾਅ ਹੈ। ਜਿਹੜਾ ਵੀ ਤੁਹਾਨੂੰ ਮਹਾਰਾਜ ਯਾਦ ਕਰਦਾ ਹੈ, ਜਿਹੜਾ ਵੀ ਤੁਹਾਡਾ ਭਗਤ ਹੈ, ਅਸਲ ਵਿੱਚ ਗੁਰੂ ਜੀ ਦਾ ਭਗਤ ਕੌਣ ਹੈ? ਮਹਾਰਾਜ ਜੀਆਂ ਨੇ ਆਸਾ ਦੀ ਵਾਰ ਵਿੱਚ ਇਹ ਗੱਲ ਨੂੰ ਸਪਸ਼ਟ ਕੀਤਾ ਹੈ। ਭਗਤ ਤੇਰੇ ਮਨ ਭਾਵਦੇ, ਉਹੀ ਭਗਤ ਪਰਮਾਤਮਾ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਹਨ। ਦਰ ਸੋਹਣ ਕੀਰਤ ਗਾਵਦੇ, ਜਿਹੜੇ ਪਰਮਾਤਮਾ ਦੀ ਹਜ਼ੂਰੀ ਨੂੰ ਸਦਾ ਹੀ ਆਪਣੇ ਅੰਗ ਸੰਗ ਸਮਝਦੇ ਹੈ, ਜਿਹੜੇ ਹਮੇਸ਼ਾ ਹੀ ਵਾਹਿਗੁਰੂ ਜੀ ਦੀ ਹਜ਼ੂਰੀ 'ਚ ਰਹਿੰਦੇ ਹੈ ਤੇ ਨਾਲ ਹੀ ਨਾਲ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੀ ਰਹਿੰਦੇ ਆ। ਜਿਹੜੇ ਵਾਹਿਗੁਰੂ ਜੀ ਨੂੰ ਹਰ ਸਮੇਂ ਯਾਦ ਕਰਦੇ ਹੈ, ਉਹ ਮਹਾਰਾਜ ਜੀ ਦੇ ਭਗਤ ਹੈ। ਉਹਨਾਂ ਨੂੰ ਗੁਰਮੁਖ ਵੀ ਕਿਹਾ ਜਾ ਸਕਦਾ, ਸੰਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਗੁਰਮੁਖਾਂ ਦੀ ਇੱਜ਼ਤ ਪਰਮਾਤਮਾ ਸਦਾ ਹੀ ਰੱਖਦਾ ਹੈ। ਧੁਰ ਤੋਂ ਭਾਵ ਹੈ ਸ਼ੁਰੂ ਤੋਂ ਹੀ, ਜਦੋਂ ਤੋਂ ਸੰਸਾਰ ਬਣਿਆ ਹੈ।
ਜਦੋਂ ਤੋਂ ਇਹ ਜਗਤ ਦੀ ਰਚਨਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀਤੀ ਹੈ, ਉਦੋਂ ਤੋਂ ਹੀ ਉਹ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰਿ ਜੀਓ, ਹਰਨਾਕਸ ਮਾਰ ਪਚਾਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰਿ ਜੀਓ। ਐ ਪ੍ਰਮਾਤਮਾ ਵਾਹਿਗੁਰੂ ਜੀ, ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੁਸੀਂ ਇੱਜ਼ਤ ਰੱਖੀ ਹੈ ਅਤੇ ਤੂੰ ਹਰਨਾਕਸ਼ ਨੂੰ ਮਾਰ ਕੇ ਮੁਕਾ ਦਿੱਤਾ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰਿ ਜੀਓ, ਮਨ ਮੁਖ ਭਰਮ ਭੁਲਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰਿ ਜੀਓ। ਪ੍ਰਤੀਤ ਤੋਂ ਭਾਵ ਹੈ ਸ਼ਰਧਾ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੁੰਦਾ ਹੈ, ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ ਸ਼ਰਧਾ ਹੁੰਦੀ ਹੈ ਕਿ ਤੂੰ ਭਗਤਾਂ ਦੀ ਸਦਾ ਹੀ ਇੱਜ਼ਤ ਬਣਾ ਕੇ ਰੱਖਦਾ ਹੈ। ਪਰ ਮਨਮੁਖ ਭਰਮ ਭੁਲਾਇਆ। ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੈ, ਮਨੁੱਖ ਉਹ ਸਦਾ ਹੀ ਭਟਕਦੇ ਰਹਿੰਦੇ ਹਨ, ਕੁਰਾਹੇ ਪਏ ਰਹਿੰਦੇ ਹਨ। ਹਰਿ ਜੀ ਇਹ ਤੇਰੀ ਵਡਿਆਈ। ਪਰਮਾਤਮਾ ਵਾਹਿਗੁਰੂ ਜੀ ਦੀ ਇਹ ਵਡਿਆਈ ਹੈ ਕਿ ਉਹ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ। ਭਗਤਾਂ ਕੀ ਪੈਜ ਤੂੰ ਰੱਖਦਾ ਸੁਆਮੀ, ਭਗਤ ਤੇਰੀ ਸਰਣਾਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਹੇ ਸੁਆਮੀ ਵਾਹਿਗੁਰੂ, ਭਗਤ ਤੇਰੀ ਸ਼ਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ, ਕਾਲ ਨਾ ਨੇੜੇ ਜਾਈ। ਭਗਤਾਂ ਨੂੰ ਜਮ ਜੋਹੇ ਨਾ ਸਕੈ। ਜਮ ਤੋਂ ਭਾਵ ਹੈ ਮੌਤ। ਜੋਹੇ ਨਾ ਸਕੈ, ਤੱਕ ਨਹੀਂ ਸਕਦਾ। ਹੇ ਭਾਈ, ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ। ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਟੁਕਦਾ। ਭਗਤਾਂ ਨੂੰ ਜਮ ਜੋਹੇ ਨਾ ਸਕੈ, ਕਾਲ ਨਾ ਨੇੜੇ ਆਈ। ਭਗਤਾਂ ਦੇ ਨੇੜੇ ਕਾਲ ਨਹੀਂ ਆਉਂਦਾ। ਮਨ ਵਿੱਚ ਸਵਾਲ ਪੈਦਾ ਹੋਏਗਾ ਬਈ ਹਰ ਇੱਕ ਜੀਵ ਦੀ ਤਾਂ ਮੌਤ ਹੁੰਦੀ ਹੈ, ਪਰ ਇੱਥੇ ਮਹਾਰਾਜ ਜੀਆਂ ਨੇ ਮਨ ਦੀ ਮੌਤ ਆਖਿਆ। ਰੱਬ ਦੇ ਪਿਆਰਿਆਂ ਦੀ ਆਤਮਿਕ ਮੌਤ ਨਹੀਂ ਹੁੰਦੀ, ਉਹ ਹਮੇਸ਼ਾ ਹੀ ਅਮਰ ਰਹਿੰਦੇ ਹਨ। ਉਹਨਾਂ ਦਾ ਸਰੀਰਕ ਮੌਤ ਹੋ ਜਾਏ, ਪਰ ਬਾਅਦ ਵਿੱਚ ਵੀ ਦੁਨੀਆ ਉਹਨਾਂ ਨੂੰ ਯਾਦ ਰੱਖਦੀ ਹੈ। ਉਹਨਾਂ ਦੀ ਯਾਦ ਵਿੱਚ ਮੇਲੇ ਲੱਗਦੇ ਹੈ। ਮਹਾਰਾਜ ਜੀ ਨੇ ਇੱਥੇ ਸਾਨੂੰ ਇਹ ਸਮਝਾਇਆ, ਭਗਤਾਂ ਨੂੰ ਜਮ ਜੋਹੇ ਨਾ ਸਕੈ। ਰੱਬ ਦੇ ਪਿਆਰਿਆਂ ਨੂੰ ਮੌਤ ਡਰਾ ਨਹੀਂ ਸਕਦੀ, ਕਾਲ ਨਾ ਨੇੜੇ ਆਈ, ਤੇ ਮੌਤ ਉਹਨਾਂ ਦੇ ਨੇੜੇ ਨਹੀਂ ਟੁਕਦੀ। ਉਹ ਹਮੇਸ਼ਾ ਹੀ ਅਮਰ ਰਹਿੰਦੇ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਦੁਨੀਆ ਯਾਦ ਕਰਦੀ ਹੈ, ਪਰ ਜਿਹੜੇ ਉਹ ਸਮੇਂ ਮਾਇਆ ਧਾਰੀ ਇਨਸਾਨ ਹੋਣਗੇ, ਜਾਂ ਇਉਂ ਕਹਿ ਲਓ ਉਸ ਸਮੇਂ ਦੇ ਰਾਜੇ ਨੂੰ ਅੱਜ ਕੋਈ ਨਹੀਂ ਯਾਦ ਕਰਦਾ। ਬਹੁਤ ਘੱਟ ਹੋਣਗੇ ਜਿਨ੍ਹਾਂ ਨੂੰ ਉਹ ਸਮੇਂ ਦੇ ਰਾਜੇ ਦਾ ਨਾਮ ਵੀ ਪਤਾ ਹੋਏਗਾ। ਪਰ ਭਗਤ ਕਬੀਰ ਸਾਹਿਬ ਜੀ ਨੂੰ ਬੱਚਾ ਬੱਚਾ ਯਾਦ ਕਰ ਰਿਹਾ। ਕਿਉਂ? ਕਿਉਂਕਿ ਭਗਤ ਕਬੀਰ ਸਾਹਿਬ ਉਹ ਪਰਮਾਤਮਾ ਦੇ ਭਗਤ ਹੋਏ ਹੈ। ਉਹ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗੇ ਰਹਿੰਦੇ ਸਨ। ਇਸ ਕਰਕੇ ਕਾਲ ਨਾ ਨੇੜੇ ਆਈ, ਉਹਨਾਂ ਦੇ ਨੇੜੇ ਮੌਤ ਦਾ ਡਰ ਨਹੀਂ ਟੁਕਦਾ। ਕੇਵਲ RAM ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਕਿਉਂਕਿ ਮੌਤ ਦੇ ਡਰ ਦੇ ਥਾਂ ਸਿਰਫ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ। ਕੇਵਲ, ਕੇਵਲ ਤੇ ਭਾਵ ਹੈ ਇੱਕੋ ਹੀ ਇੱਕ। RAM ਨਾਮ ਮਨ ਵਸਿਆ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੀ ਵਸਿਆ ਹੁੰਦਾ ਹੈ। ਉਹ ਹੋਰ ਕਿਸੇ ਦਾ ਡਰ ਨਹੀਂ ਰੱਖਦੇ, ਸਿਰਫ ਪਰਮਾਤਮਾ ਦਾ ਹੀ ਡਰ ਹੁੰਦਾ ਉਹਨਾਂ ਦੇ ਮਨ ਵਿੱਚ। ਨਾਮੇ ਹੀ ਮੁਕਤ ਪਾਈ। ਨਾਮ ਦੀ ਬਰਕਤ ਨਾਲ, ਨਾਮ ਦੀ ਪਾਵਰ ਨਾਲ ਉਹ ਮੌਤ ਦੇ ਡਰ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ, ਮੁਕਤ ਹੋ ਜਾਂਦੇ ਹਨ, ਅਮਰ ਹੋ ਜਾਂਦੇ ਹਨ।
ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਰਿੱਧ ਸਿੱਧ ਤੋਂ ਭਾਵ ਹੈ ਕਰਾਮਾਤੀ ਤਾਕਤਾਂ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ। ਮਹਾਰਾਜ ਕਹਿੰਦੇ ਭਗਤ ਗੁਰੂ ਦੀ ਰਾਹੀਂ, ਗੁਰੂ ਦੀ ਸ਼ਰਨ ਪੈ ਕੇ ਆਤਮਿਕ ਅਡੋਲਤਾ ਵਿੱਚ, ਪ੍ਰਭੂ ਪਿਆਰ ਵਿੱਚ ਟਿਕੇ ਰਹਿੰਦੇ ਹਨ। ਗੁਰ ਕੈ ਸਹਿਜ ਸੁਭਾਏ, ਉਹ ਆਤਮਿਕ ਪ੍ਰੇਮ ਵਿੱਚ ਟਿਕੇ ਰਹਿੰਦੇ ਹਨ। ਇਸ ਵਾਸਤੇ ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀ ਲੱਗੀਆਂ ਰਹਿੰਦੀਆਂ ਹਨ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ। ਸਾਰੀਆਂ ਹੀ ਕਰਾਮਾਤਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਨਾਲ ਲੱਗੀਆਂ ਰਹਿੰਦੀਆਂ। ਭਾਵ ਉਹ ਜੋ ਕੁਝ ਵੀ ਮੁਖ ਚੋਂ ਕੱਢ ਦੇਣ, ਉਹ 3 ਕਾਲ ਸੱਤ ਹੁੰਦਾ ਹੈ। ਜਿਵੇਂ ਮਿਆਨ ਵਿੱਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ, ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਪਰਮਾਤਮਾ ਨਾਲ ਰੰਗੇ ਹੋਏ ਹੁੰਦੇ ਹਨ, ਜੋ ਵੀ ਉਹ ਮੁਖ ਚੋਂ ਬਚਨ ਕਰ ਦੇਣ, ਉਹ ਵੀ ਸੱਤ ਹੋ ਜਾਂਦਾ। ਕਿਉਂਕਿ ਉਹਨਾਂ ਕੋਲ ਪਰਮਾਤਮਾ ਵਾਹਿਗੁਰੂ ਜੀ ਨੇ ਕਰਾਮਾਤੀ ਤਾਕਤਾਂ ਦਿੱਤੀਆਂ ਹੁੰਦੀਆਂ। ਇਹ ਤਾਕਤਾਂ ਕਿੱਥੋਂ ਆਉਣੀਆਂ? ਗੁਰ ਕੈ ਸਹਿਜ ਸੁਭਾਏ। ਜਦੋਂ ਗੁਰੂ ਦੀ ਸ਼ਰਨ ਪੈ ਕੇ ਇਨਸਾਨ ਆਤਮਿਕ ਅਡੋਲਤਾ ਵਿੱਚ ਚਲਿਆ ਜਾਏ, ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਏ, ਫਿਰ ਪਰਮਾਤਮਾ ਵਾਹਿਗੁਰੂ ਆਪਣੇ ਭਗਤਾਂ ਨੂੰ 9 ਨਿਧੀਆਂ 18 ਸਿੱਧੀਆਂ ਬਖਸ਼ ਦਿੰਦਾ ਹੈ। ਮਨ ਮੁਖਾਂ ਨੋ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਆਓ। ਮਹਾਰਾਜ ਕਹਿੰਦੇ ਮਨ ਮੁਖਾਂ ਨੋ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਆਓ। ਇਹ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਜਿਹੜੇ ਮਨਮੁਖ ਹੈ ਜਾਂ ਨਾਸਤਿਕ ਕਹਿ ਲਈਏ, ਜਿਨ੍ਹਾਂ ਨੂੰ ਪਰਮਾਤਮਾ ਉੱਤੇ ਯਕੀਨ ਨਹੀਂ, ਉਹਨਾਂ ਦੇ ਅੰਦਰ ਲੋਭ ਭਰੀ ਗਰਜ ਟਿਕੀ ਰਹਿੰਦੀ ਹੈ। ਉਹ ਹਰ ਸਮੇਂ ਲੋਭ ਵਿੱਚ ਹੀ ਰਹਿੰਦੇ ਹੈ, ਮਾਇਆ ਵਿੱਚ ਹੀ ਫਸੇ ਰਹਿੰਦੇ ਹਨ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਉ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ। ਭੇਦਿਓ ਤੋਂ ਭਾਵ ਹੈ ਵਿਜਿਆ। ਗੁਰੂ ਦੀ ਸ਼ਰਨ ਪੈ ਕੇ ਉਹਨਾਂ ਮਨਮੁਖਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਵਿਜਦਾ, ਪਰਮਾਤਮਾ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਨਹੀਂ ਬਣਦਾ। ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ। ਕੂੜ ਕਪਟ ਪਾਜ ਲਹਿ ਜਾਸੀ। ਪਾਜ ਤੋਂ ਭਾਵ ਹੈ ਮੁਲੰਮਾ, ਲਹਿ ਜਾਸੀ ਉਤਰ ਜਾਏਗਾ, ਅਲਾਓ ਤੋਂ ਭਾਵ ਹੈ ਅਲਾਪ ਜਾਂ ਬੋਲ। ਮਨੁੱਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਜਿਹੜੇ ਮਨ ਮਗਰ ਚੱਲਦੇ ਐ, ਜਿਹੜੇ ਨਾਸਤਿਕ ਹੈ, ਜਿਹੜੇ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦੇ, ਜਿਹੜੇ ਵਾਹਿਗੁਰੂ ਜੀ ਦੀ ਹੋਂਦ ਨੂੰ ਮਹਿਸੂਸ ਨਹੀਂ ਕਰਦੇ, ਮਹਾਰਾਜ ਕਹਿੰਦੇ ਉਹਨਾਂ ਦੇ ਬੋਲ ਵੀ ਰੁੱਖੇ ਰੁੱਖੇ ਹੋ ਜਾਂਦੇ। ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ। ਉਹ ਆਪਣੇ ਮੁਖ ਚੋਂ ਫਿੱਕਾ ਹੀ ਬੋਲਦੇ ਐ, ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉਗੜ ਹੀ ਜਾਂਦਾ ਹੈ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਆਪਣੇ ਭਗਤਾਂ ਵਿੱਚ ਉਹ ਪਰਮਾਤਮਾ ਵਾਹਿਗੁਰੂ ਜੀ ਆਪ ਵਰਤਦਾ ਹੈ। ਭਾਵ ਉਹਨਾਂ ਦੇ ਕੰਮ ਪਰਮਾਤਮਾ ਆਪ ਕਰਦਾ ਹੈ। ਭਗਤੀ ਹੂੰ ਤੂੰ ਜਾਤਾ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਡੂੰਘੀ ਸਾਂਝ ਕਿਵੇਂ ਬਣਦੀ ਹੈ? ਪਰਮਾਤਮਾ ਦੀ ਭਗਤੀ ਕਰਕੇ, ਵਾਹਿਗੁਰੂ ਜੀ ਨੂੰ ਯਾਦ ਕਰਕੇ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਪਿਆਰ ਬਣ ਜਾਂਦਾ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹੇ ਪਰਮਾਤਮਾ ਵਾਹਿਗੁਰੂ ਜੀ, ਮਾਇਆ ਦਾ ਮੋਹ ਵੀ ਤੇਰੀ ਹੀ ਰਚਨਾ ਹੈ। ਮਾਇਆ ਦਾ ਮੋਹ ਵੀ ਤੁਸੀਂ ਹੀ ਬਣਾਇਆ ਹੋਇਆ ਹੈ।
ਤੂੰ ਏਕੋ ਪੁਰਖ ਵਿਧਾਤਾ, ਤੂੰ ਆਪੇ ਹੀ ਸਰਬ ਵਿਆਪਕ ਹੈ ਤੇ ਰਚਨਹਾਰ ਹੈ। ਹਉਮੈ ਮਾਰ ਮਨਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਹਉਮੈ ਮਾਰ ਮਨਸਾ ਮਨ ਹੈ ਸਮਾਣੀ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਮਨ ਦਾ ਫੁਰਨਾ ਮਨ ਵਿੱਚ ਹੀ ਲੀਨ ਕਰ ਦਿੱਤਾ, ਗੁਰ ਕੈ ਸ਼ਬਦ ਪਛਾਤਾ, ਉਹਨਾਂ ਨੇ ਤੇਰੇ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਸਾਂਝ ਪਾ ਲਈ। ਗੁਰੂ ਦੇ ਸ਼ਰਨ ਵਿੱਚ ਆ ਕੇ ਸਾਡੇ ਅੰਦਰ ਦੀ ਹਉਮੈ ਨਿਕਲ ਜਾਏਗੀ, ਸਾਡੇ ਅੰਦਰੋਂ ਹੰਕਾਰ ਨਿਕਲ ਜਾਏਗਾ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ, ਸਤਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਤੁਰਾਂਗੇ। ਮਹਾਰਾਜ ਕਹਿੰਦੇ ਹਉਮੈ ਮਾਰ ਮਨਸਾ ਮਨ ਹੈ ਸਮਾਣੀ, ਆਪਣੇ ਮਨ ਦੇ ਫੁਰਨੇ ਮਨ ਵਿੱਚ ਹੀ ਖਤਮ ਕਰ ਦੇਵੇ, ਅੰਦਰੋਂ ਹਉਮੈ ਨੂੰ ਮਾਰ ਦੇਵੇ। ਗੁਰ ਕੈ ਸ਼ਬਦ ਪਛਾਤਾ, ਉਹ ਇਨਸਾਨ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਲ ਸਾਂਝ ਪਾ ਸਕਦਾ ਹੈ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਜਿਹੜੇ ਇਨਸਾਨ ਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਪਿਆਰਾ ਲੱਗਣ ਲੱਗ ਗਿਆ, ਜਿਹਨੂੰ ਵਾਹਿਗੁਰੂ ਜੀ ਦੇ ਨਾਮ ਵਿੱਚੋਂ ਮਿਠਾਸ ਆਉਣ ਲੱਗ ਗਈ, ਤਾਂ ਪਰਮਾਤਮਾ ਵਾਹਿਗੁਰੂ ਜੀ ਉਹਦਾ ਹਰ ਇੱਕ ਕੰਮ ਕਰ ਦਿੰਦਾ ਹੈ। ਕਿਵੇਂ ਕਰਦਾ? ਅਚਿੰਤ, ਜਿਹੜਾ ਉਹਨੇ ਸੋਚਿਆ ਵੀ ਨਹੀਂ ਹੁੰਦਾ, ਪਰਮਾਤਮਾ ਵਾਹਿਗੁਰੂ ਜੀ ਉਹਦੇ ਕੰਮ ਸਾਰੇ ਹੀ ਕਰ ਦਿੰਦਾ। ਦੇਖੋ ਵਾਹਿਗੁਰੂ ਜੀ ਨੇ ਕਿੱਡੀ ਰਹਿਮਤ ਕੀਤੀ ਹੈ। ਮਹਾਰਾਜ ਕਹਿੰਦੇ ਜਿਹੜਾ ਵੀ ਇਨਸਾਨ ਪਰਮਾਤਮਾ ਦਾ ਸਿਮਰਨ ਕਰਦਾ, ਵਾਹਿਗੁਰੂ ਜੀ ਨੂੰ ਪਿਆਰ ਕਰਦਾ, ਪਰਮਾਤਮਾ ਵਾਹਿਗੁਰੂ ਜੀ ਆਪਣੇ ਪਿਆਰ ਦੇ ਵੱਟੇ ਕੀ ਦਿੰਦੇ ਐ? ਉਹਦੇ ਅਚਿੰਤ ਕੰਮ ਕਰ ਦਿੰਦੇ ਐ। ਜਿਹੜੇ ਕੰਮ ਉਹਨੇ ਕਦੇ ਜ਼ਿੰਦਗੀ ਵਿੱਚ ਸੋਚੇ ਵੀ ਨਹੀਂ ਹੁੰਦੇ, ਉਹ ਵੀ ਕੰਮ ਉਹਦੇ ਰਾਸ ਆ ਜਾਂਦੇ ਐ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਗੁਰ ਪ੍ਰਸਾਦ ਸਦਾ ਮਨ ਵਸਿਆ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਸਦਾ ਵਾਸਤੇ ਵਸ ਗਿਆ, ਵਾਹਿਗੁਰੂ ਜੀ ਦਾ ਨਿਵਾਸ ਹੋ ਗਿਆ, ਸਭ ਕਾਜ ਸਵਾਰਨ ਹਾਰਾ। ਪਰਮਾਤਮਾ ਉਹਨਾਂ ਦੇ ਸਾਰੇ ਵਿਗੜੇ ਹੋਏ ਕੰਮ ਵੀ ਸਵਾਰ ਦਿੰਦਾ ਹੈ। ਉਹ ਗੁਰਮੁਖ ਕੋਈ ਵੀ ਕਾਰਜ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸ਼ੁਰੂ ਕਰੇ, ਉਹ ਕਾਰਜ ਫਿਰ ਉਹਦਾ ਨਹੀਂ ਰਹਿ ਜਾਂਦਾ। ਉਹ ਕਾਰਜ ਵਿੱਚ ਪਰਮਾਤਮਾ ਵਾਹਿਗੁਰੂ ਆਪ ਅੰਗ ਸੰਗ ਹੋ ਕੇ ਕਾਰਜ ਨੂੰ ਨੇਪਰੇ ਚਾੜਦਾ। ਜਿਹੜਾ ਪਰਮਾਤਮਾ ਦਾ ਭਗਤ ਬਣ ਜਾਂਦਾ, ਜਿਹੜਾ ਵਾਹਿਗੁਰੂ ਜੀ ਤੇ ਪਿਆਰ ਕਰਦਾ ਹੈ, ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ, ਉਹਦੇ ਕਾਰਜ ਫਿਰ ਪਰਮਾਤਮਾ ਵਾਹਿਗੁਰੂ ਜੀ ਹੀ ਕਰਦੇ ਹਨ। ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰਿ ਪ੍ਰਭ ਹੈ ਰਖਵਾਰਾ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਵਾਹਿਗੁਰੂ ਆਪ ਬਣ ਗਿਆ, ਉਹਨਾਂ ਦੀ ਬਰਾਬਰੀ ਜਿਹੜਾ ਵੀ ਮਨੁੱਖ ਕਰਦਾ ਹੈ, ਉਹ ਖਵਾਰ ਹੀ ਹੁੰਦਾ ਹੈ। ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਵਿਗੁਚੈ ਤੋਂ ਭਾਵ ਹੈ ਖੁਆਰ ਹੁੰਦਾ ਹੈ। ਜਿਨ ਹਰ ਪ੍ਰਭ ਹੈ ਰਖਵਾਰਾ, ਜਿਨ੍ਹਾਂ ਦਾ ਰਾਖਾ ਪਰਮਾਤਮਾ ਵਾਹਿਗੁਰੂ ਜੀ ਹੈ, ਉਹਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ, ਮਨ ਮੁਖ ਭੌਂਕ ਮੂਏ ਬਿਲ ਲਾਈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਵੀ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ। ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਫਜ਼ੂਲ ਬੋਲ ਬੋਲ ਕੇ, ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਆਵਹਿ ਜਾਵਹਿ ਠੌਰ ਨਾ ਪਾਵਹਿ, ਦੁਖ ਮਹਿ ਦੁਖ ਸਮਾਈ। ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਆਵਹਿ ਜਾਵਹਿ ਠੌਰ ਨਾ ਪਾਵੈ,
ਇਸ ਗੇੜ ਤੋਂ ਬਚਣ ਲਈ ਕੋਈ ਵੀ ਠਾਹਰ ਉਹ ਲੱਭ ਨਹੀਂ ਸਕਦੇ। ਕਿਹੜੇ ਇਨਸਾਨ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ, ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ। ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਨਹੀਂ ਆਉਂਦੇ, ਆਵੈ ਜਾਵੈ ਠੋਰ ਨਾ ਪਾਵੈ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲ ਸਕਦਾ। ਉਹ ਸਦਾ ਹੀ ਜਨਮ ਮਰਨ ਦੇ ਗੇੜ ਵਿੱਚ ਹੀ ਪਈ ਰਹਿੰਦੀ ਹੈ। ਦੁੱਖ ਮੈਂ ਦੁੱਖ ਸਮਾਈ, ਦੁੱਖ ਵਿੱਚ ਜੀਵਨ ਬਤੀਤ ਕਰਦੇ ਐ, ਆਖਰ ਦੁੱਖ ਵਿੱਚ ਹੀ ਉਹ ਗਰਕ ਹੋ ਜਾਂਦੇ ਐ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਜੇ ਸਾਚ ਸਮਾਈ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ, ਅੰਮ੍ਰਿਤ ਪੀਂਦਾ ਹੈ। ਸਹਜੇ ਸਾਚ ਸਮਾਈ, ਤੇ ਇਸੇ ਤਰ੍ਹਾਂ ਆਤਮਿਕ ਅਡੋਲਤਾ ਵਿੱਚ ਸਦਾ ਥਿਰ ਹਰ ਨਾਮ ਵਿੱਚ ਉਹ ਲੀਨ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੇ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨੂੰ ਜਨਮ ਦੇ ਗੇੜ ਨਹੀਂ ਛੱਡਦੇ। ਜੇ ਅਨੇਕ ਕਰਮ ਕਰੈ ਅਧਿਕਾਈ, ਉਹ ਭਾਵੇਂ ਬਥੇਰੇ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਰਹੇ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਹਾਰਾਜ ਕਹਿੰਦੇ ਜਨਮਾਂ ਦਾ ਗੇੜ ਨਹੀਂ ਛੁੱਟ ਸਕਦਾ। ਵੇਦ ਪੜ੍ਹੈ ਤੈ ਬਾਦ ਵਖਾਣਹਿ, ਬਿਨ ਹਰ ਪਤ ਗਵਾਈ। ਪੰਡਤ ਲੋਕ ਵੇਦ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਅਤੇ ਉਹਨਾਂ ਬਾਬਤ ਨਿਰੀਆਂ ਬਹਿਸਾਂ ਹੀ ਕਰਦੇ ਹਨ। ਯਕੀਨ ਜਾਣੋ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ। ਗੱਲ ਬਹਿਸ ਕਰਨ ਨਾਲ ਨਹੀਂ ਬਣਨੀ, ਗੱਲ ਬਣਨੀ ਹੈ ਧਾਰਮਿਕ ਪੁਸਤਕਾਂ ਤੇ ਵਿਸ਼ਵਾਸ ਰੱਖਣ ਨਾਲ। ਮਹਾਰਾਜ ਕਹਿੰਦੇ ਵੇਦ ਪੜ੍ਹੈ ਤੈ ਬਾਦ ਵਖਾਣੈ। ਲੋਕ ਵੇਦਾਂ ਦਾ ਪਾਠ ਕਰਦੇ ਐ, ਵੇਦਾਂ ਨੂੰ ਪੜ੍ਹਦੇ ਐ, ਪਰ ਉਹਨਾਂ ਤੇ ਅਮਲ ਨਹੀਂ ਕਰਦੇ, ਆਪਣੇ ਜੀਵਨ 'ਚ ਨਹੀਂ ਕਮਾਉਂਦੇ, ਉਹਨਾਂ ਗੱਲਾਂ ਤੇ ਬਹਿਸ ਹੀ ਕਰਦੇ ਰਹਿੰਦੇ ਐ। ਬਿਨ ਹਰ ਪਤ ਗਵਾਈ, ਪਰਮਾਤਮਾ ਦਾ ਨਾਮ ਨਾ ਜਪਣ ਕਰਕੇ ਉਹ ਆਪਣੀ ਇੱਜ਼ਤ ਗਵਾ ਲੈਂਦੇ ਹਨ। ਸਾਚਾ ਸਤਿਗੁਰ ਸਾਚੀ ਜਿਨ ਬਾਣੀ, ਭਜ ਛੂਟਹਿ ਗੁਰ ਸਰਣਾਈ। ਸਾਚਾ ਸਤਿਗੁਰ ਸਾਚੀ ਜਿਸ ਬਾਣੀ, ਗੁਰੂ ਸਦਾ ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ। ਉਸ ਦੀ ਬਾਣੀ ਵੀ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਹੈ। ਸਤਿਗੁਰੂ ਜੀ ਹਮੇਸ਼ਾ ਹੀ ਸੱਚਾ ਹੈ। ਸਾਚੀ ਜਿਸ ਬਾਣੀ, ਪਰਮਾਤਮਾ ਵਾਹਿਗੁਰੂ ਜੀ ਦਾ ਉਪਦੇਸ਼ ਕਰਨ ਵਾਲੀ ਸਤਿਗੁਰੂ ਜੀ ਦੀ ਬਾਣੀ ਹੈ। ਭਜ ਛੂਟਹਿ ਗੁਰ ਸਰਣਾਈ, ਜਿਹੜਾ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦਾ ਹੈ, ਮਹਾਰਾਜ ਕਹਿੰਦੇ ਉਹ ਆਤਮਿਕ ਮੌਤ ਤੋਂ ਬਚ ਜਾਂਦਾ ਹੈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਵਾਹਿਗੁਰੂ ਜੀ ਵਸ ਗਏ, ਸੇ ਦਰ ਸਾਚੇ, ਉਹ ਪਰਮਾਤਮਾ ਦੇ ਦਰ ਵਿੱਚ ਸੱਚੇ ਹੋ ਗਏ। ਦਰ ਸਾਚੇ ਸਚਿਆਰਾ, ਉਹ ਮਨੁੱਖ ਸਦਾ ਥਿਰ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਜਾਂਦੇ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜੁਗ ਜੁਗ ਤੋਂ ਭਾਵ ਹੈ ਹਰੇਕ ਯੁੱਗ ਵਿੱਚ, ਹਰ ਸਮੇਂ ਹੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਐ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰ ਜੀਆਂ ਪਾਸੋਂ ਪਰਮਾਤਮਾ ਦੇ ਨਾਮ ਦੀ ਦਾਤ ਲੈ ਲੈਂਦੇ ਐ, ਪਰਮਾਤਮਾ ਵਾਹਿਗੁਰੂ ਜੀ ਦੇ ਭਗਤ ਬਣ ਜਾਂਦੇ ਐ। ਮਹਾਰਾਜ ਕਹਿੰਦੇ ਉਹਨਾਂ ਦੀ ਵਡਿਆਈ ਹਰੇਕ ਯੁੱਗ ਵਿੱਚ ਹੀ ਹੁੰਦੀ ਹੈ। ਕੋਈ ਵੀ ਮਨੁੱਖ ਉਹਨਾਂ ਦੀ ਵਡਿਆਈ ਨੂੰ ਮਿਟਾ ਨਹੀਂ ਸਕਦਾ, ਘਟਾ ਨਹੀਂ ਸਕਦਾ, ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਜਾਏ।
ਵੇ ਰੱਬ ਦੇ ਪਿਆਰੇ ਨਹੀਂ ਹੁੰਦੇ, ਇਹ ਪਖੰਡੀ ਹੈ। ਪਰ ਮਹਾਰਾਜ ਕਹਿੰਦੇ ਭਾਈ ਕੋਈ ਜਿੰਨੀ ਮਰਜ਼ੀ ਨਿੰਦਿਆ ਕਰੇ, ਪੂਰੀ ਦੁਨੀਆ ਵੀ ਇੱਕ ਪਾਸੇ ਹੋ ਜਾਏ, ਪਰ ਰੱਬ ਦੇ ਭਗਤ ਦੀ ਵਡਿਆਈ ਨੂੰ ਕੋਈ ਮਿਟਾ ਨਹੀਂ ਸਕਦਾ। ਜਿਹਦੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਵਸ ਗਿਆ, ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਗੁਰਮੁਖਾਂ ਤੋਂ, ਰੱਬ ਦੇ ਭਗਤਾਂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਵਾਸਤੇ ਵਸਾਇਆ ਹੋਇਆ ਹੈ। ਗੁਰਮੁਖੋ, ਇਹ ਸਨ ਜੋ ਸਤਿਗੁਰ ਜੀਆਂ ਨੇ ਅੱਜ ਸ੍ਰੀ ਮੁੱਖ ਵਾਕ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ ਹੈ। ਉਸ ਹੁਕਮਨਾਮਾ ਸਾਹਿਬ ਜੀਆਂ ਦੇ ਅਖਰੀ ਅਰਥ ਜੋ ਆਪਾਂ ਵਿਚਾਰ ਕੀਤੇ ਹਨ, ਬਾਣੀ ਦੀ ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਜੀ। ਉਪਦੇਸ਼ ਮੇਰੇ ਸਤਿਗੁਰ ਜੀਆਂ ਦਾ ਜਾਣ ਕੇ ਆਪਣੇ ਹਿਰਦਿਆਂ ਦੇ ਅੰਦਰ ਵਸਾ ਲਿਓ। ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।